ਸੰਗਤ ਜੀ, ਜਦੋਂ ਇਨਸਾਨ ਨੂੰ ਪਰਮਾਤਮਾ ਬਾਰੇ ਥੋੜ੍ਹਾ ਸਮਝ ਪੈਣੀ ਸ਼ੁਰੂ ਹੁੰਦੀ ਹੈ, ਇਨਸਾਨ ਨੂੰ ਥੋੜ੍ਹਾ ਅਹਿਸਾਸ ਹੁੰਦਾ ਕਿ ਪਰਮਾਤਮਾ ਬਾਰੇ ਜਾਣਿਆ ਜਾਏ, ਪਰਮਾਤਮਾ ਦੀ ਭਗਤੀ ਕੀਤੀ ਜਾਏ, ਕਿ ਇਹ ਸਾਡੇ ਜੀਵਨ ਦਾ ਮਕਸਦ ਹੈ। ਜਦੋਂ ਥੋੜ੍ਹਾ ਇਹਦੇ ਬਾਰੇ ਡੂੰਘਾਈ ਵਿੱਚ ਇਨਸਾਨ ਸੋਚਣਾ ਸ਼ੁਰੂ ਕਰਦਾ। ਇੱਕ ਤਾਂ ਅਸੀਂ ਸਾਰੇ ਜਿਸ ਤਰ੍ਹਾਂ ਸ਼ੁਰੂ ਤੋਂ ਸਾਰੇ ਹੀ, ਚਾਹੇ ਕੋਈ ਵੀ ਧਰਮ ਹੈ, ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ, ਜੈਨ, ਸਾਰੇ ਹੀ ਰੱਬ ਨੂੰ ਅਸੀਂ ਮੰਨਦੇ ਹਾਂ ਬਹੁਤਾਤ ਵਿੱਚ। ਪਰ ਰੱਬ ਨੂੰ ਅਸਲੀਅਤ ਦੇ ਵਿੱਚ ਰੱਬ ਦੀ ਅਸਲੀਅਤ ਕੀ ਆ, ਪਰਮਾਤਮਾ ਦੀ ਅਸਲੀਅਤ ਕੀ ਆ, ਪਰਮਾਤਮਾ ਦੀ ਇਹ ਸੰਸਾਰ ਦੀ ਖੇਡ ਕੀ ਆ, ਜਦੋਂ ਇਹਦੇ ਬਾਰੇ ਇਨਸਾਨ ਦੇ ਮਨ ਵਿੱਚ ਥੋੜ੍ਹਾ ਜਾਣਨ ਦੀ ਜਦੋਂ ਇੱਛਾ ਪੈਦਾ ਹੁੰਦੀ ਆ, ਅਤੇ ਫਿਰ ਜਦੋਂ ਉਹ ਆਪਣੇ ਧਾਰਮਿਕ ਗ੍ਰੰਥ ਖੋਜਦੇ ਆ, ਜਿਸ ਤਰ੍ਹਾਂ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਾਣਦੇ ਹਾਂ ਕਿ ਜੇ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਅਸੀਂ ਕੀ ਕਰੀਏ। ਫਿਰ ਅਸੀਂ ਉਹ ਹੌਲੀ ਹੌਲੀ ਕਰਨਾ ਸ਼ੁਰੂ ਕਰਦੇ ਹਾਂ। ਰਹਿਮਤ ਪਰਮਾਤਮਾ ਦੀ ਹੋਣੀ ਹੈ, ਪਰ ਉਦਮ ਇਨਸਾਨ ਹੌਲੀ ਹੌਲੀ ਕਰਨਾ ਸ਼ੁਰੂ ਕਰ ਦਿੰਦਾ ਉਹਦੀ ਰਹਿਮਤ ਸਦਕਾ। ਇੱਕ ਹੁੰਦਾ ਕਿ ਸਾਨੂੰ ਕਿਤਾਬਾਂ ਵਿੱਚੋਂ ਗਿਆਨ ਮਿਲਦਾ, ਕਿ ਕਿਤਾਬਾਂ ਵਿੱਚ ਕਿਸੇ ਨੇ ਦੱਸਿਆ ਹੈ ਪਰਮਾਤਮਾ ਬਾਰੇ। ਬਹੁਤ ਦੁਨੀਆ ਨੇ ਕਿਤਾਬਾਂ ਲਿਖੀਆਂ ਨੇ, ਬਹੁਤ ਲੋਕਾਂ ਨੇ, ਵਿਦਵਾਨਾਂ ਨੇ, ਗਿਆਨਵਾਨਾਂ ਨੇ ਇਹਦੇ ਬਾਰੇ ਲਿਖਿਆ ਹੈ ਪਰਮਾਤਮਾ ਬਾਰੇ, ਕਿ ਜਿਸ ਤਰ੍ਹਾਂ ਵੀ ਉਹਨਾਂ ਨੂੰ ਸਮਝ ਲੱਗੀ ਹੈ। ਇੱਕ ਹੁੰਦਾ ਕਿਤਾਬੀ ਗਿਆਨ ਸੰਗਤ ਜੀ, ਇੱਕ ਹੁੰਦਾ ਅਨੁਭਵੀ ਗਿਆਨ। ਜੋ ਲਿਖਿਆ ਗਿਆ ਹੈ ਉਹ ਅਸਲ ਗਿਆਨ ਨੇ। ਹੁਣ ਆਪਾਂ ਸੋਚਾਂਗੇ ਇਹ ਕਿਵੇਂ, ਕਿਉਂ ਜੋ ਅਨੁਭਵੀ ਗਿਆਨ ਆ ਉਹ ਲਿਖਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਗੁਰਬਾਣੀ ਵਿੱਚ ਹੀ ਆਉਂਦਾ ਨਾ, ਗੂੰਗੇ ਦੀ ਮਠਿਆਈ। ਅਸੀਂ ਕਈ ਦਫਾ ਕਿਤਾਬਾਂ ਪੜ੍ਹਨ 'ਤੇ ਬਹੁਤਾ ਵਕਤ ਲਾਉਂਦੇ ਹਾਂ, ਕਿਤਾਬਾਂ ਵਿੱਚ ਬਹੁਤਾ ਜੋ ਗਿਆਨ ਅਨੁਭਵੀ ਨਹੀਂ ਉਹ ਹੈ, ਜੋ ਸਿਰਫ ਇੱਕ ਗਿਆਨ ਵਾਲਾ ਗਿਆਨ ਹੈ, ਜੋ ਕਿ ਆਤਮਿਕ ਅਨੁਭਵ ਨਹੀਂ ਹੈ। ਜੋ ਅਸਲ ਵਿੱਚ ਆਤਮਿਕ ਅਨੁਭਵ ਹੈ ਉਹਨੂੰ ਕੋਈ ਸ਼ਬਦਾਂ ਵਿੱਚ ਨਹੀਂ ਲਿਖ ਸਕਦਾ, ਉਹ ਸ਼ਬਦਾਂ ਵਿੱਚ ਲਿਖਿਆ ਹੀ ਨਹੀਂ ਜਾ ਸਕਦਾ, ਉਹਨੂੰ ਤਾਂ ਸਿਰਫ ਮਹਿਸੂਸ ਕੀਤਾ ਜਾ ਸਕਦਾ, ਉਹਨੂੰ ਦੂਜੇ ਨੂੰ ਦਿਖਾਇਆ ਨਹੀਂ ਜਾ ਸਕਦਾ। ਦੂਸਰਾ ਇਨਸਾਨ ਅਨੁਭਵੀ ਪੁਰਸ਼ ਦੇ ਆਨੰਦ ਨੂੰ, ਉਹਦੀ ਅਵਸਥਾ ਨੂੰ, ਉਹਦੇ ਰਹਿਣ ਸਹਿਣ ਨੂੰ, ਉਹਦੇ ਸੋਚਣ ਨੂੰ, ਉਹਦੇ ਜੀਵਨ ਨੂੰ ਜਾਂਚ ਸਕਦਾ ਹੈ, ਪਰ ਉਹਨੂੰ ਅਨੁਭਵ ਨਹੀਂ ਕਰ ਸਕਦਾ। ਜਦੋਂ ਵੀ ਕਿਸੇ ਨੂੰ ਅਨੁਭਵੀ ਗਿਆਨ ਹੁੰਦਾ, ਇਹ ਨਾਮ ਦੀ ਕਮਾਈ ਦੁਆਰਾ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਫ਼ ਲਿਖਿਆ ਕਿ ਪਰਮੇਸ਼ਰ ਦੀ ਪ੍ਰਾਪਤੀ ਉਹਦੇ ਨਾਮ ਦੁਆਰਾ ਹੈ, ਨਾਮ ਗੁਰੂ ਦੀ ਦਾਤ ਹੈ, ਗੁਰੂ ਨੂੰ ਮਿਲਾਉਣਾ ਪਰਮੇਸ਼ਰ ਦੀ ਰਹਿਮਤ ਹੈ। ਸਾਰੀ ਵਿਧੀ
ਪਰਮੇਸ਼ਰ ਆਪ ਬਣਾਉਂਦੇ ਨੇ। ਔਰ ਜੋ ਇਹ ਜਿਨ੍ਹਾਂ ਨੂੰ ਵੀ ਅਨੁਭਵ ਦੀ ਇਹ ਅਵਸਥਾ ਬਣਦੀ ਹੈ, ਉਹ ਬਹੁਤ ਆਨੰਦ ਵਿੱਚ ਰਹਿੰਦੇ ਨੇ। ਉਹਨਾਂ ਦੇ ਮਨ ਨੂੰ ਹਮੇਸ਼ਾ ਸ਼ਾਂਤੀ ਰਹਿੰਦੀ ਆ। ਉਹਨਾਂ ਨੂੰ ਸੰਸਾਰ ਦੀ ਭੱਜ ਦੌੜ ਦੇ ਨਾਲ ਕੋਈ ਮਤਲਬ ਨਹੀਂ। ਉਹਨਾਂ ਨੂੰ ਮਾਇਆ ਨਾਲ ਕੋਈ ਮਤਲਬ ਨਹੀਂ। ਉਹ ਨਿੱਜ ਦੇ ਘਰ ਵਿੱਚ ਪਹੁੰਚ ਜਾਂਦੇ ਨੇ। ਉਹ ਅਟੱਲ ਸਥਾਨ ਆਪਣੇ ਹਿਰਦੇ ਘਰ ਵਿੱਚ ਪਾ ਲੈਂਦੇ ਨੇ, ਜਿੱਥੇ ਪਰਮੇਸ਼ਰ ਆਪ ਹੈ। ਥੋੜ੍ਹੇ ਦਿਨ ਪਹਿਲਾਂ ਆਪਾਂ ਨੇ ਦੇਖੀ ਸੀ ਇੱਕ ਬੇਟੀ ਕੀਰਤਨ ਹੋ ਰਿਹਾ, ਅਤੇ ਕੀਰਤਨ ਦੇ ਵਿੱਚ ਬੇਟੀ ਦੀ ਆਨੰਦ ਵਾਲੀ ਅਵਸਥਾ ਬਣ ਗਈ ਹੈ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਬਹੁਤ ਦਫਾ ਬਹੁਤ ਜਗ੍ਹਾ 'ਤੇ ਇਸ ਤਰ੍ਹਾਂ ਹਿਰਦੇ ਦੀ ਅਵਸਥਾ ਦਾ ਵਰਣਨ ਕੀਤਾ ਕਿ ਜਦੋਂ ਕੋਈ ਜੀਵ ਨੂੰ ਪਰਮੇਸ਼ਰ ਦੇ ਮਿਲਣ ਦੀ ਤਾਂਘ ਹੈ, ਔਰ ਉਸ ਤਾਂਘ ਦਾ ਪਰਮੇਸ਼ਰ ਨੂੰ ਪਤਾ ਲੱਗ ਜਾਂਦਾ, ਕਿਉਂਕਿ ਉਹ ਅੰਤਰਜਾਮੀ ਆ। ਜਿਸ ਜੀਵ ਨੂੰ ਅਸਲ ਦੇ ਵਿੱਚ ਤਾਂਘ ਹੈ, ਪਰਮੇਸ਼ਰ ਉਹਦੀ ਤਾਂਘ ਜ਼ਰੂਰ ਪੂਰੀ ਕਰਦੇ ਨੇ। ਉਹ ਪਰਮੇਸ਼ਰ ਤੋਂ ਪਰਮੇਸ਼ਰ ਨੂੰ ਹੀ ਮੰਗਦੇ ਨੇ। ਉਹ ਪਰਮੇਸ਼ਰ ਤੋਂ ਹੋਰ ਕੁਝ ਨਹੀਂ ਮੰਗਦੇ, ਸੰਸਾਰਿਕ ਪਦਾਰਥ ਨਹੀਂ ਮੰਗਦੇ। ਉਹਨਾਂ ਦੀ ਮੰਗ ਸਿਰਫ ਪਰਮੇਸ਼ਰ ਦੇ ਦੀਦਾਰ ਦੀ ਆ। ਇੱਥੇ ਕਿੰਨਾ ਸੋਹਣਾ ਮੇਰੇ ਪਾਤਸ਼ਾਹ ਨੇ ਲਿਖਿਆ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰੈ ਮਿਲਾਵੇ। ਉਸ ਬੇਟੀ ਨੇ ਇਸ ਸ਼ਬਦ ਦਾ ਕੀਰਤਨ ਬਹੁਤ ਹੀ ਹਿਰਦੇ ਤੋਂ ਕੀਤਾ ਕਿ ਨਾਲ ਵਾਲੀ ਬੇਟੀ ਦਾ ਹਿਰਦਾ ਦਰਵਿਤ ਹੋ ਗਿਆ। ਉਹਦੇ ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਗਿਆ। ਉਹਦੇ ਮੁਖ ਤੋਂ ਆਪ ਮੁਹਾਰੇ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਨਿਕਲਿਆ। ਇਹ ਜੋ ਵਾਹਿਗੁਰੂ ਜੀ ਨਿਕਲਦਾ ਹੈ ਨਾ, ਆਪ ਮੁਹਾਰੇ, ਇਹ ਵਾਹ ਹੋ ਜਾਂਦੀ ਹੈ। ਉਹਦੇ ਅਸਚਰਜ ਜਿਹੜਾ ਜਿਹੜੀ ਉਹਦੀ ਅਸਚਰਜ ਦਾ ਨਾ ਪਰਮਾਤਮਾ ਦੀ, ਉਹ ਅਨੁਭਵ ਹੋ ਜਾਂਦੀ ਹੈ ਹਿਰਦੇ ਵਿੱਚ। ਸ਼ਬਦ ਹਿਰਦੇ ਨੂੰ ਇਸ ਤਰ੍ਹਾਂ ਚੋਟ ਕਰਦਾ ਕਿ ਪਰਮਾਤਮਾ ਦਾ ਦੀਦਾਰ ਹੋ ਜਾਂਦਾ ਸ਼ਬਦ ਦੇ ਰਾਹੀਂ। ਫਿਰ ਅੱਖਾਂ ਦੇ ਵਿੱਚੋਂ ਨੀਰ ਵਗਦਾ। ਇਹ ਪ੍ਰੇਮ ਦਾ ਨੀਰ ਆ, ਜਦੋਂ ਆਨੰਦ ਆ ਗਿਆ। ਬਾਣੀ ਬਹੁਤ ਹੀ ਪਿਆਰੀ ਹੈ। ਬਹੁਤ ਜਗ੍ਹਾ 'ਤੇ ਬਾਣੀ ਦੇ ਵਿੱਚ ਜੀਵ ਦੀ ਜੋ ਅੰਦਰ ਦੀ ਅਵਸਥਾ, ਕਿਉਂਕਿ ਜਾਣੀ ਜਾਣ ਭਗਤ ਸਾਹਿਬਾਨ, ਗੁਰੂ ਸਾਹਿਬਾਨ, ਉਹਨਾਂ ਨੇ ਪੂਰੀ ਬਿਆਨ ਕੀਤੀ ਆ। ਔਰ ਜਦੋਂ ਜੀਵ ਦੀ ਉਹ ਅਵਸਥਾ ਬਣ ਜਾਂਦੀ ਆ, ਫਿਰ ਉਹ ਜੀਵ ਹੀ ਉਸ ਨੂੰ ਜਾਣਦਾ ਕਿ ਇਹਦਾ ਕਿੰਨਾ ਕੁ ਆਨੰਦ ਹੈ। ਸੰਸਾਰ ਦਾ ਕੋਈ ਵੀ ਰਸ ਇਸ ਰਸ ਤੋਂ ਉੱਪਰ ਨਹੀਂ। ਇਹ ਸਰਵ ਸ੍ਰੇਸ਼ਟ ਰਸ ਹੈ। ਜਿਸ ਜੀਵ ਨੂੰ ਆਤਮ ਰਸ ਆ ਗਿਆ, ਪਰਮੇਸ਼ਰ ਦੇ ਨਾਮ ਦਾ ਰਸ ਆ ਗਿਆ, ਉਹਨੂੰ ਫਿਰ ਸੰਸਾਰ ਦਾ ਕੋਈ ਵੀ ਰਸ ਮੋਹਿਤ ਨਹੀਂ ਕਰ ਸਕਦਾ। ਉਹਨੂੰ ਕਿਸੇ ਵੀ ਰਸ ਦੀ ਇੱਛਾ ਨਹੀਂ ਰਹਿੰਦੀ। ਜਿਸ ਨੇ ਇਹ ਸਰਵ ਸ੍ਰੇਸ਼ਟ ਰਸ ਚੱਖ ਲਿਆ, ਉਹਦੀ ਸਾਰੀ ਜਿਹੜੀ ਭੁੱਖ ਆ ਖਤਮ ਹੋ ਜਾਂਦੀ ਆ। ਪਰਮੇਸ਼ਰ ਦੀ ਇੰਨੀ ਰਹਿਮਤ ਹੋ ਜਾਂਦੀ ਹੈ ਉਸ ਜੀਵ 'ਤੇ। ਇਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ। ਪਰਮੇਸ਼ਰ ਸਭ 'ਤੇ ਰਹਿਮਤਾਂ ਕਰਨ, ਪਰਮੇਸ਼ਰ ਸਭ ਨੂੰ ਆਪਣਾ ਨਾਮ ਰਸ ਦੇਣ, ਸਭ ਨੂੰ ਇਹ ਆਨੰਦ ਬਖਸ਼ਣ। ਹਾਂਜੀ ਸੰਗਤ ਜੀ, ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।